ਸਤਿ ਸ੍ਰੀ ਅਕਾਲ। ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅਸੀਂ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਹੈ, ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵੱਡੀ ਇਹ ਜਿਹੜੀ ਅਪਡੇਟ ਆਈ ਕਿ ਰਵਨੀਤ ਬਿੱਟੂ ਜਿਹੜੇ ਕਾਂਗਰਸ ਦੇ ਐਮਪੀ ਨੇ, ਉਹਨਾਂ ਦਾ ਜਿਹੜੀ ਜਨ ਸੰਸਦ ਸੱਦੀ ਗਈ ਸੀਗੀ, ਉੱਥੇ ਵਿਰੋਧ ਹੋਇਆ, ਕਾਫੀ ਵਿਰੋਧ ਹੋਇਆ। ਹੱਥੋਂ ਪਾਈ ਤੱਕ ਹੋਈ, ਪੱਗਾਂ ਉਤਰੀਆਂ ਉੱਥੇ। ਕੁਲਬੀਰ ਜ਼ੀਰਾ ਐਮਐਲਏ ਜਿਹੜੇ ਉੱਥੇ ਮੌਜੂਦ ਸੀ ਕਾਂਗਰਸ ਦੇ, ਉਹਨਾਂ ਦੇ ਨਾਲ ਵੀ ਕਾਫੀ ਜ਼ਿਆਦਾ ਤਲਖੀ ਜਿਹੜੀ ਆ ਉਹ ਨਜ਼ਰ ਆਈ। ਤੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ ਉਸ ਸਮੇਂ ਦੌਰਾਨ। ਕੀ ਇਹਨਾਂ ਘਟਨਾਵਾਂ ਦਾ ਕਿਸਾਨੀ ਅੰਦੋਲਨ ਦੇ ਵਿਚਾਲੇ ਵਾਪਰਨਾ, ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ, ਕਿਉਂ ਲੋਕ ਜਿਹੜੇ ਨੇ ਉਹ ਗੁੱਸੇ ਵਿੱਚ ਨੇ, ਇਸ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਜਿਹੜਾ ਕਿਸਾਨੀ ਅੰਦੋਲਨ ਦੇ ਵਿਚਾਲੇ ਸਰਕਾਰ ਨੇ ਇੱਕ ਪ੍ਰਸਤਾਵ ਦਿੱਤਾ ਕਿਸਾਨਾਂ ਨੂੰ, ਕਿਹਾ ਕਿ ਹੁਣ ਇਹਦੇ ਤੇ ਗੱਲਬਾਤ ਕਰੋ। ਜਿਹੜੀ ਆਖਰੀ ਗੱਲਬਾਤ ਹੋਈ ਹੈ ਉਦੋਂ ਇਹ ਗੱਲ ਕੀਤੀ, ਹੁਣ ਵੀ ਇਹ ਕਿਹਾ ਜਾ ਰਿਹਾ ਕਿ ਉਸ ਦੇ ਬਾਰੇ ਕਿਸਾਨਾਂ ਦਾ ਕੀ ਕਹਿਣਾ ਹੈ, ਜਾਂ ਫਿਰ ਕਿਸਾਨ ਆਪਣਾ ਪ੍ਰਪੋਜ਼ਲ ਦੇਣ। ਕੀ ਕਿਸਾਨਾਂ ਨੂੰ ਆਪਣਾ ਪ੍ਰਪੋਜ਼ਲ ਦੇਣਾ ਚਾਹੀਦਾ, ਇਹਦੇ ਉੱਤੇ ਵੀ ਗੱਲਬਾਤ ਕਰਾਂਗੇ। ਤੀਜਾ ਇਹ ਕਿ ਟਰੈਕਟਰ ਪਰੇਡ ਨੂੰ ਲੈ ਕੇ ਜਿਵੇਂ ਦਿੱਲੀ ਪੁਲਿਸ ਨਾਲ ਕਸਮਕਸ਼ ਚੱਲ ਰਹੀ ਸੀ, ਪੁਲਿਸ ਨੇ ਹੁਣ ਇੱਕ ਰਾਹ ਦਿੱਤਾ ਆ 3 ਥਾਵਾਂ ਤੋਂ, ਜਿਹੜਾ ਕਿਹਾ ਕਿ ਇਸ ਤਰ੍ਹਾਂ ਮਤਲਬ ਕਿ ਜਿਹੜੇ ਕਿਸਾਨ ਨੇ ਉਹ ਟਰੈਕਟਰ ਪਰੇਡ, ਆਪਣੀ ਟਰੈਕਟਰ ਰੈਲੀ ਉਹ ਕੱਢ ਸਕਦੇ ਨੇ। ਸਭ ਦੇ ਉੱਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ ਤੇ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਰਵਨੀਤ ਬਿੱਟੂ ਹੋਰਾਂ ਤੇ ਕਾਂਗਰਸੀ ਐਮਐਲਏ ਜ਼ੀਰਾ ਤੇ ਬਾਕੀ ਜਿਹੜੇ ਕੈਂਪੀ ਗੁਰਜੀਤ ਸਿੰਘ ਔਜਲਾ, ਇਹਨਾਂ ਤੇ ਜਿਹੜਾ ਹਮਲਾ ਹੋਇਆ ਹੈ ਉਹਨੂੰ ਕਿੱਦਾਂ ਦੇਖਦੇ ਹੋ ਇਸ ਮਾਹੌਲ ਦੇ ਵਿੱਚ? ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਕਿਸਾਨ ਆਗੂ ਵੀ ਇਹ ਗੱਲ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਕਿਤੇ ਨਾ ਕਿਤੇ ਮੌਕਾ ਮਿਲੇਗਾ, ਇਸ ਕਰਕੇ ਅੰਦੋਲਨ ਨੂੰ ਸ਼ਾਂਤ ਰੱਖਣਾ ਚਾਹੀਦਾ। ਕਿਸ ਤਰ੍ਹਾਂ ਦੇ? ਦੇਖੋ, ਜਿਹੜੀਆਂ ਤਾਂ ਸੁਖਵਿੰਦਰ ਜੀ ਜਥੇਬੰਦੀਆਂ ਅੰਦੋਲਨ ਚਲਾ ਰਹੀਆਂ ਨੇ, ਉਹ ਤਾਂ ਇਹੋ ਜਿਹਾ ਹਮਲਾ ਨਹੀਂ ਕਰ ਸਕਦੀਆਂ, ਨਾ ਉਹਨਾਂ ਨੇ ਕਰਨਾ ਹੈ। ਜੇ ਤੁਸੀਂ ਹਮਲੇ 'ਚ ਜਿਹੜੀ ਕਾਰ ਤੋਰੀ ਹੈ ਰਵਨੀਤ ਬਿੱਟੂ ਦੀ, ਉਹ ਤੁਸੀਂ ਦੇਖੋਗੇ ਤਾਂ ਉਹ ਪਿਓਰਲੀ ਯੂਥ ਹੈ, ਤੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਵੀ ਸਰਕਾਰ ਦੀ ਆਪਦੀ ਪੈਨੀਟ੍ਰੇਸ਼ਨ ਹੋਵੇ, ਕਿਉਂਕਿ ਕਾਂਗਰਸ ਤੇ ਹਮਲਾ ਹੋਇਆ। ਜਨ ਸੰਸਦ ਕਿਸਾਨਾਂ ਨੇ ਤਾਂ ਬਣਾਈ ਹੋਈ ਨਹੀਂ। ਅਸਲ 'ਚ ਆਪਾਂ ਜੇ ਗੱਲ ਮੰਨੀਏ, ਉਹਨਾਂ ਤਾਂ ਜੇ ਚਟੂਨੀ ਨੇ ਬੁਲਾਉਣ ਦੇ ਵਿੱਚ ਜਾਣ ਦੀ ਵੀ ਗੱਲ ਕਰੀ ਸੀ, ਚਟੂਨੀ ਨੂੰ ਕਹਿਤਾ ਸੀ ਤੇ ਚਟੂਨੀ ਆਖਿਆ ਮੇਰੇ ਤੋਂ ਗਲਤੀ ਹੋਈ ਆ, ਮੈਂ ਨਹੀਂ ਜਾਣਾ, ਮੈਂ ਇੰਡੀਵਿਜੂਅਲ ਕੈਪੈਸਿਟੀ 'ਚ ਗੱਲ ਕਰੀ ਹੈ। ਸੋ ਆਪਾਂ ਇਹ ਮੰਨ ਕੇ ਚੱਲੀਏ ਪਹਿਲਾਂ, ਇਹ ਜਨ ਸੰਸਦ ਕਿਸਾਨਾਂ ਦੀ ਨਹੀਂ ਹੈ। ਇਹ ਜਨ ਸੰਸਦ ਪਹਿਲਾਂ ਵੀ ਹੁੰਦੀ ਆਈ ਹੈ, ਉਹ ਅੱਜ ਨਹੀਂ ਹੋਈ। ਫਾਰਮਰ ਜਨ ਸੰਸਦ ਉਹਨੂੰ ਕਿਹਾ ਹੋਇਆ। ਉਹ ਹੋਰ ਨੇ ਜਿਹੜੇ ਅੰਦੋਲਨਕਾਰੀ ਨੇ, ਉਹਨਾਂ ਦੀ ਇਹ ਜਨ ਸੰਸਦ ਹੈ ਨਹੀਂ, ਨਾ ਉਹ ਜਨ ਸੰਸਦ ਬੁਲਾਈ ਉਹਨਾਂ ਨੇ। ਕੁਝ ਕੋਈ ਬੰਦੇ ਗਏ ਹੋਣ, ਇੱਥੋਂ ਗਏ ਹੋਣ, ਇਹਨਾਂ ਦੇ ਨਾਮ ਤੇ ਗਏ ਹੋਣ, ਉਹਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ। ਜਿੱਥੋਂ ਤੱਕ ਹਮਲਾ ਹੈ, ਇਹ ਨਿੰਦਣਯੋਗ ਹੈ। ਕਿਤੇ ਵੀ ਜੇ ਉਹ ਜਨ ਸੰਸਦ ਹੈ, ਉੱਥੇ ਤਾਂ ਗੱਲਬਾਤ ਹੋਣੀ ਹੈ। ਗੱਲਬਾਤ ਹੋਣੀ ਹੈ, ਫਿਰ ਵਿਰੋਧੀ ਦੀ ਵੀ ਸੁਣਨਾ ਸਿੱਖੋ। ਜੇ ਤੁਸੀਂ ਵਿਰੋਧੀ ਦੀ ਗੱਲ ਹੀ ਨਹੀਂ ਸੁਣਦੇ, ਪਰ ਮੈਨੂੰ ਉਹਦੇ 'ਚ 2 ਗੱਲਾਂ ਲੱਗਦੀਆਂ ਨੇ। ਇੱਕ ਤਾਂ ਰਵਨੀਤ ਬਿੱਟੂ ਆਪਦੇ ਆਪੇ ਤੋਂ ਬਾਹਰ ਹੋ ਕੇ ਬਹੁਤ ਵਾਰੀ ਬਿਆਨ ਦਿੰਦੇ ਨੇ। ਜਿਵੇਂ ਪਿੱਛੇ ਉਹਨਾਂ ਨੇ ਇਹਨਾਂ ਦੇ ਕਿਸਾਨ ਅੰਦੋਲਨ ਬਾਰੇ ਇਹ ਕਿਹਾ ਸੀ, ਮੈਂ ਦੇਖਾਂ ਕਿ ਕਿਹਨੂੰ ਸਟੇਜ ਤੋਂ ਜਾਣ ਤੋਂ ਰੋਕਦੇ ਨੇ। ਰਵਨੀਤ ਬਿੱਟੂ ਨੂੰ ਇਹ ਕੋਈ ਅਧਿਕਾਰ ਨਹੀਂ ਇਹ ਕਹਿਣ ਦਾ ਵੀ ਕਿਸਾਨਾਂ ਦੀ ਸਟੇਜ 'ਤੇ ਕੌਣ ਬੋਲੂ, ਕੌਣ ਨਹੀਂ ਬੋਲੂ। ਤੇ ਰਵਨੀਤ ਬਿੱਟੂ ਕੌਣ ਹੈ ਦੇਖਣ ਵਾਲਾ? ਇਸੇ ਤਰ੍ਹਾਂ ਹੀ ਹੋਰ ਕਈ ਉਹਨੇ ਕੰਟਰੋਵਰਸ਼ੀਅਲ ਬਿਆਨ ਆਪਾਂ ਨੂੰ ਪਤਾ ਹੀ ਆ, ਬਹੁਤ ਸਾਰੇ ਦਿੰਦੇ ਰਹਿੰਦੇ ਨੇ। ਉਹਨਾਂ ਦੀ ਆਪਣੀ ਪੋਲੀਟਿਕਸ ਹੈ, ਜੋ ਵੀ ਕਰਨ ਉਹ ਕਾਹਦੇ ਵਾਸਤੇ ਕਰਦੇ ਨੇ, ਕਿਵੇਂ ਕਰਦੇ ਨੇ। ਪਰ ਜਿੱਥੋਂ ਤੱਕ ਸਵਾਲ ਹੈ, ਜਿਹੜੀ ਇਹ ਯੂਥ ਜਿਹੜੇ ਵੀ ਬੰਦੇ ਗਏ ਨੇ, ਕਿਉਂਕਿ ਇੱਕ ਸੈਕਸ਼ਨ ਐਸਾ ਹੈਗਾ ਹੈ ਜਿਹੜੇ ਸੈਕਸ਼ਨ ਨੂੰ ਭੜਕਾਇਆ ਜਾ ਰਿਹਾ ਹੈ, ਬੜੀ ਵੱਡੀ ਕੋਸ਼ਿਸ਼ ਕਰੀ ਜਾ ਰਹੀ ਹੈ, ਕਿਉਂਕਿ ਇਹਨੂੰ ਪਤਾ ਵੀ ਆਹ ਸੈਕਸ਼ਨ ਹੈ ਜਿਹਨੂੰ ਭੜਕਾਇਆ ਜਾ ਰਿਹਾ। ਉਹਦੇ 'ਚ ਮੈਂ ਇੱਕ ਐਗਜ਼ਾਮਪਲ ਦੇਵਾਂਗਾ ਇਸ ਦੀ, ਵੀ ਰਾਜਸਥਾਨ ਤੋਂ ਜਿਹੜੇ ਆਏ ਹੋਏ ਸੀ ਕੰਟਿੰਜੈਂਟ, ਉਹ ਜਦ 100-150 ਕਿਲੋਮੀਟਰ ਦੇ ਪਿੱਛੇ ਰੁਕੇ ਹੋਏ ਸੀ, ਉੱਥੇ ਜਾ ਕੇ ਇੱਕ ਯੂਥ ਲੀਡਰ ਨੇ ਭੜਕਾਤਾ ਵੀ ਤੁਸੀਂ ਇੰਨੇ ਦਿਨ ਇੱਥੇ ਬੈਠੇ ਕੀ ਕਰਦੇ ਹੋ, ਅੱਗੇ ਚੱਲੋ। ਉਹ ਅੱਜ ਤੱਕ ਉਹ ਪੁਲਤੀ ਰੁਕੇ ਪਏ ਨੇ। ਉਹਨਾਂ ਨੂੰ ਕੋਈ ਨਾ ਉੱਧਰ ਦੇ ਰਹੇ, ਨਾ ਉੱਧਰ ਦੇ ਰਹੇ ਹੈ। ਕਹਿੰਦੇ ਦੁਬਿਧਾ ਮੇਂ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ, ਦੋਨੇ ਪਾਸੇ ਫਸ ਗਏ। ਹੁਣ ਜਿਹੜੇ ਬੰਦੇ ਨੇ ਉਹਨਾਂ ਨੂੰ ਕਿਹਾ ਸੀ ਫਿਰ ਜੱਤ ਲੈ ਕੇ ਆਉਂਦਾ ਕੱਢ ਕੇ, ਇਹ ਕਹਿਣਾ ਬੜਾ ਸੌਖਾ ਹੁੰਦਾ ਹੈ। ਸੋ ਇਹ ਗੱਲਾਂ ਤੋਂ ਕਿਸਾਨ ਅੰਦੋਲਨ ਤਾਂ ਬਾਰ-ਬਾਰ, ਰਾਜੇਵਾਲ ਸਾਹਿਬ ਦਾ ਬਿਆਨ ਸਭ ਨੇ ਸੁਣਿਆ ਹੋਏਗਾ ਕਿ ਜੇ ਤਾਂ ਸਾਡੀ ਪਰੇਡ ਰਹੀ ਸ਼ਾਂਤਮਈ ਤਾਂ ਅਸੀਂ ਜਿੱਤ ਗਏ, ਜੇ ਹੋ ਗਈ ਵਾਇਲੈਂਸ ਫਿਰ ਸਰਕਾਰ ਜਿੱਤ ਗਈ। ਹੁਣ ਸਰਕਾਰ ਨੇ ਜਿੱਤਣਾ ਚਾਹੁੰਦੀ ਹੈ ਸਰਕਾਰ, ਫਿਰ ਵਾਇਲੈਂਸ ਕੌਣ ਕਰੂ? ਕਿਸਾਨ ਤਾਂ ਸ਼ਾਂਤ ਰਹਿ ਕੇ ਜਿੱਤਣਾ ਚਾਹੁੰਦੇ ਨੇ ਕਿ ਜੇ ਵਾਇਲੈਂਸ ਹੁੰਦੀ ਹੈ ਤਾਂ ਸਰਕਾਰ ਦੀ ਜਿੱਤ ਹੁੰਦੀ ਹੈ। ਫਿਰ ਵਾਇਲੈਂਸ ਕਿਤੇ ਵੀ ਹੋਵੇ, ਜਨ ਸੰਸਦ 'ਚ ਹੋਈ, ਰਵਨੀਤ ਬਿੱਟੂ ਨੂੰ ਜਾਂ ਕੁਲਬੀਰ ਜਾਂ ਔਜਲਾ ਨੂੰ, ਜੋ ਵੀ ਉਹਨਾਂ ਦੇ ਨਾਲ ਹੋਇਆ ਮਾੜਾ ਹੋਇਆ, ਉਹ ਨਹੀਂ ਹੋਣਾ ਚਾਹੀਦਾ। ਪਰ ਇਹਨਾਂ ਸਿਆਸਤਦਾਨਾਂ ਨੂੰ ਜਿੱਥੇ ਜੇ ਜਨ ਸੰਸਦ ਸੀ, ਜਿਨ੍ਹਾਂ ਨੇ ਉਹਦਾ ਪ੍ਰਬੰਧ ਕਰੇ ਸੀ, ਉਹ ਕੀ ਕਰਦੇ ਸੀ? ਉਹਨਾਂ ਨੇ ਕਿਉਂ ਨਹੀਂ ਪੁੱਛਿਆ? ਉਹਨਾਂ ਨੇ ਇਹ ਕਿਉਂ ਨਹੀਂ ਦੇਖਿਆ ਵੀ ਇੱਥੇ ਆ ਕੌਣ ਰਹੇ ਨੇ? ਹੋ ਸਕਦਾ ਪਲਾਨ ਕਰਕੇ ਬੁਲਾਏ ਹੋਣ। ਇਹ ਕਾਂਗਰਸੀਆਂ ਤੇ ਇਕੱਲਿਆਂ ਤੇ ਅਟੈਕ ਕਿਉਂ ਹੋਇਆ? ਮੈਂ ਇਹ ਸਵਾਲ ਹੈ ਮੇਰਾ ਵੀ ਪੰਜਾਬ ਦੇ ਕਾਂਗਰਸੀਆਂ 'ਤੇ ਅਟੈਕ ਕਿਉਂ ਹੋਇਆ? ਉੱਥੇ ਸਿਆਸਤਦਾਨ ਤਾਂ ਹੋਰ ਵੀ ਸੀ।
ਡਾਕਟਰ ਸਾਹਿਬ ਇਹਦੇ ਵਿੱਚ ਇਹ ਵੀ ਰਹੀ ਨਾ ਕਿ ਚਰਚਾ ਇਹ ਵੀ ਰਹੀ ਕਿ ਜਦੋਂ ਬੀਜੇਪੀ ਤੇ ਪੰਜਾਬ ਵਿੱਚ ਹਮਲਾ ਹੋਇਆ ਸੀ ਤੇ ਰਵਨੀਤ ਬਿੱਟੂ ਜ਼ਿੰਮੇਵਾਰੀ ਲੈਂਦੇ ਸੀ। ਬੀਜੇਪੀ ਨੇ ਇਹਨੂੰ ਲੈ ਕੇ ਧਰਨੇ ਵੀ ਦਿੱਤੇ ਕਿ ਇਹਨਾਂ ਤੇ FIR ਕਰੋ ਤੇ FIR ਦਿੱਲੀ ਦੇ ਵਿੱਚ ਸ਼ਾਇਦ ਕਰਵਾਈ ਵੀ ਆ। ਤੇ ਪਰ ਹੁਣ ਜਦੋਂ ਰਵਨੀਤ ਬਿੱਟੂ ਤੇ ਹਮਲਾ ਹੁੰਦਾ ਹੈ, ਕਿਸਾਨ ਆਗੂ ਕਹਿੰਦੇ ਨੇ ਕਿ ਸਾਡੀ ਇਹੋ ਜਿਹੀ ਕੋਈ ਮਨਸ਼ਾ ਨਹੀਂ, ਲੋਕਤੰਤਰ ਦੇ ਵਿੱਚ ਵਿਰੋਧ ਜਿਹੜਾ ਉਹ ਕਰ ਸਕਦੇ ਆ, ਪਰ ਇਸ ਤਰ੍ਹਾਂ ਨਹੀਂ ਕਿ ਪੱਗਾਂ ਲਾ ਦਿਓ ਤੁਸੀਂ, ਗੱਡੀਆਂ ਭੰਨ ਦਿਓ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਸਾਨ ਆਗੂ ਇਸ ਤੋਂ ਪੱਲਾ ਝਾੜਦੇ ਨਜ਼ਰ ਆ ਰਹੇ, ਪਰ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲੈ ਕੇ ਆਉਣਾ ਕਿਤੇ ਨਾ ਕਿਤੇ ਏਦਾਂ ਨਹੀਂ ਲੱਗਦਾ ਕਿ ਸਿਆਸੀ ਤੌਰ ਤੇ ਕੁਝ ਪਲਾਨਡ ਸੀਗਾ? ਨਹੀਂ, ਮੈਂ ਤਾਂ ਕਹੀ ਜਾਣਾ, ਮੈਂ ਤਾਂ ਤੁਹਾਨੂੰ ਕਹਿਣਾ ਵੀ ਜਿਹੜੇ ਕਾਂਗਰਸੀਆਂ ਦੇ ਉੱਤੇ ਹਮਲਾ ਹੋਇਆ ਹੈ, ਕਾਂਗਰਸੀਆਂ ਤੇ ਹਮਲਾ ਕਿਸਾਨੀ ਤਾਂ ਕਰ ਨਹੀਂ ਸਕਦੀ। ਕਿਸਾਨੀ ਨੇ ਉਰੇ ਨਹੀਂ ਕਰਿਆ, ਕਿਸਾਨੀ ਨੇ ਇੱਥੇ ਬੀਜੇਪੀ ਦਾ ਘਰਾਓ ਕਰਿਆ। ਪੰਜਾਬ ਤਾਂ ਕਾਂਗਰਸੀ ਹੈਗੀ ਨੇ ਨਾ, ਰਵਨੀਤ ਬਿੱਟੂ ਪੰਜਾਬ ਚੋਂ ਹੀ MP ਹੈ। ਜੇ ਕਰਨਾ ਹੁੰਦਾ ਪਹਿਲਾਂ ਕਰਨ ਦੇ। ਇੱਥੇ ਕੀ ਰਵਨੀਤ ਬਿੱਟੂ ਨੇ ਇਹੋ ਜਿਹੇ ਬਿਆਨ ਦਿੱਤੇ ਨੇ, ਉਹਦੇ ਉੱਤੇ ਨਹੀਂ ਉਹਨਾਂ ਨੇ ਹਮਲਾ ਕਰਿਆ। ਜੇ ਹਮਲਾ ਕਰਨਾ ਹੁੰਦਾ ਤਾਂ ਕਰ ਸਕਦੇ ਸੀ। ਇਹਦੇ ਸਿਆਸੀ ਵਿਰੋਧੀਆਂ ਨੇ, ਬੀਜੇਪੀ ਨੇ, ਜਿਹੜੀ ਪੰਜਾਬ ਦੇ ਵਿੱਚ ਬੀਜੇਪੀ ਦੀ ਕੋਈ ਯੂਥ ਹੈਗੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਬੀਜੇਪੀ ਨੇ ਕੋਈ ਜਥੇਬੰਦੀਆਂ ਵੀ ਖੜੀਆਂ ਕਰੀਆਂ ਹੋਈਆਂ ਨੇ। ਇਹ ਮੈਨੂੰ ਪੂਰਾ ਯਕੀਨ ਨਾਲ ਮੈਂ ਕਹਿ ਸਕਦਾ ਵੀ ਅੰਦਰਲੀ ਕੋਈ ਸ਼ਰਾਰਤ ਹੈ। ਨਾਲੇ ਤਾਂ ਕਿਸਾਨ ਕਹਿੰਦੇ ਵੀ ਟੂ ਕਿਲ 2 ਬਰਡਸ ਵਿਦ 1 ਸਟੋਨ, ਨਾਲੇ ਤਾਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰੋ ਵੀ ਇਹਨਾਂ ਨੇ ਕੁੱਟਤਾ, ਤੇ ਨਾਲੇ ਵਾਇਲੈਂਸ ਕ੍ਰੀਏਟ ਕਰਕੇ ਆਪਦਾ ਹਲਵਾ ਮਿਲਾ ਸਾਧੋ ਤੇ ਆਪਦੇ ਪੋਲੀਟੀਕਲ ਵਿਰੋਧੀ ਨੂੰ ਥੱਲੇ ਲਾਓ। ਇਕੱਲੇ ਕਾਂਗਰਸੀਆਂ ਦੇ ਉੱਤੇ, ਕਿਉਂਕਿ ਜਨ ਸੰਸਦ ਕਾਂਗਰਸੀਆਂ ਦੀ ਨਹੀਂ ਸੀ, ਜਨ ਸੰਸਦ ਤਾਂ ਸਾਰੇ ਪੋਲੀਟੀਸ਼ੀਅਨ ਨੇ। ਇਕੱਲੇ ਕਾਂਗਰਸੀਆਂ ਤੇ ਹਮਲਾ ਹੋਣਾ, ਔਰ ਉਹ ਵੀ ਪੰਜਾਬ ਦੇ ਕਾਂਗਰਸੀਆਂ ਤੇ ਹਮਲਾ ਹੋਣਾ, ਇਹ ਸ਼ਰਾਰਤਬਾਜ਼ੀ ਹੈ ਕਿਸੇ ਦੀ। ਇਹ ਕਿਸਾਨੀ ਦਾ ਹਮਲਾ ਹੈ ਹੀ ਨਹੀਂ। ਉੱਥੇ ਕਿਸਾਨ ਹਾਜ਼ਰ ਹੋ ਸਕਦੇ ਨੇ, 2 ਕਿਸਾਨ ਵੀ ਸ਼ਾਮਲ ਵੀ ਹੋ ਸਕਦੇ, ਪਰ ਇਹ ਕਿਸਾਨੀ ਹਮਲਾ ਨਹੀਂ ਕਰ ਸਕਦੀ। ਜਥੇਬੰਦਕ ਸੰਘਰਸ਼ ਕਰਨ ਵਾਲੇ ਹਮਲਾ ਨਹੀਂ ਕਰ ਸਕਦੇ, ਕਿਉਂਕਿ ਉਹ ਤਾਂ ਸੰਘਰਸ਼ ਦਾ ਹਿੱਸਾ ਹੀ, ਉਹ ਤਾਂ ਇਹ ਜਨ ਸੰਸਦ ਦਾ ਹਿੱਸਾ ਹੀ ਨਹੀਂ ਹੈਗੇ। ਉਹਨਾਂ ਨੇ ਤਾਂ ਜਨ ਸੰਸਦ ਨਾ ਬੁਲਾਈ ਹੈ। ਜਿਹਨੇ ਮਾੜਾ ਮੋਟਾ ਉਹਦੇ 'ਚ ਗਿਆ ਵੀ ਸੀ, ਉਹਨੂੰ ਵੀ ਉਹਨਾਂ ਨੇ ਮਨਾ ਕਰਤਾ। ਉਹਨੇ ਕਿਹਾ ਠੀਕ ਹੈ, ਮੈਂ ਨਹੀਂ ਜਾਵਾਂਗਾ। ਸੋ ਇਸ ਕਰਕੇ ਆਪਾਂ ਇਹਨੂੰ ਆਏ ਨਾ ਮੰਨੀਏ, ਬਲਕਿ ਮੈਂ ਤਾਂ ਕਹਾਂਗਾ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹਨੂੰ ਡਟ ਕੇ ਕਹਿਣਾ ਚਾਹੀਦਾ ਵੀ ਜਨ ਸੰਸਦ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਤੇ ਜਿਹੜਾ ਇਹਨਾਂ ਤੇ ਹਮਲਾ ਹੋਏ ਗਲਤ ਹੈ। ਭਾਵੇਂ ਕਿ ਅਸੀਂ ਇਹਨਾਂ ਦੀਆਂ ਨੀਤੀਆਂ ਦੇ ਵਿਰੁੱਧ ਹਾਂ, ਪਰ ਜਿਹੜੇ ਐ ਫਿਜ਼ੀਕਲ ਹਮਲੇ ਨੇ, ਉਹਨਾਂ ਨੇ ਇਵਨ ਬੀਜੇਪੀ 'ਚ ਆਖਿਆ ਵੀ ਕੋਈ ਨਹੀਂ, ਉਹਨਾਂ ਨੂੰ ਆਪਦੀ ਗੱਲਬਾਤ ਕਰਨਾ, ਪਰ ਜੇ ਉਹ ਸਾਨੂੰ ਗਾਲਾਂ ਕੱਢਣਗੇ, ਉਲਟਾ ਕਰਨਗੇ, ਸਾਡੇ ਨੌਜਵਾਨਾਂ ਨੂੰ ਉਹ ਤੁਖਨੇ ਨਾ ਦੇਣ। ਉਹਨਾਂ ਨੇ ਇਹ ਨਹੀਂ ਆਖਿਆ ਵੀ ਅਸੀਂ ਇਹਨਾਂ ਦੀਆਂ ਪੱਗਾਂ ਲਾਉਣੀਆਂ ਨੇ। ਅੱਜ ਤੱਕ ਕੋਸ਼ਿਸ਼ ਇਹ ਹੋਈ ਹੈ ਕਿ ਬੀਜੇਪੀ ਦੇ ਲੀਡਰ ਨੂੰ ਕੁੱਟਿਆ ਨਾ ਜਾਵੇ। ਜੇ ਕਿਸੇ ਨੇ ਕੁੱਟਿਆ ਹੋਊਗਾ, ਉਹ ਵੀ ਕੋਈ ਵੱਡੀ ਗੱਲ ਨਹੀਂ ਵੀ ਵਿੱਚੋਂ ਆਪ ਹੀ ਕੁੱਟ ਖਾ ਲਓ। ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹੜੇ ਪਹਿਲਾਂ ਕੁੱਟ ਖਾਂਦੇ ਨੇ, ਫਿਰ ਥੋੜਾ ਕਿਨਾ ਆਪਦੇ ਪੁਲਿਸ ਤੋਂ ਖਿੱਚ ਪਾੜ ਕਰਾਉਂਦੇ ਨੇ ਤਾਂ ਕਿ ਉਹ ਹੀਰੋ ਬਣ ਜਾਣ। ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਬੀਜੇਪੀ ਦੀ ਦਾਲ ਨਹੀਂ ਗਲਦੀ, ਬੀਜੇਪੀ ਨੂੰ ਕੋਈ ਮੂੰਹ ਨਹੀਂ ਲਾਉਂਦਾ, ਇਹ ਸਭ ਨੂੰ ਪਤਾ ਹੈ। ਤੇ ਉਹ ਬੀਜੇਪੀ ਫਿਰ ਹੀਰੋ ਬਣਨ ਵਾਸਤੇ ਵੀ ਪੰਜਾਬ 'ਚ ਵੀ ਕਰ ਰਹੀ ਹੈ ਇਹੋ ਜਿਹੀਆਂ ਕਾਰਵਾਈਆਂ, ਜਦ ਇਹਨਾਂ ਨੂੰ ਪਤਾ ਹੈ ਜਿਹੜਾ ਇਹਨਾਂ ਦੇ ਪ੍ਰਧਾਨ ਤੇ ਹਮਲੇ ਦੀ ਗੱਲ ਸੀ ਉਹ ਫਿਰ ਹੁਣ ਤੱਕ ਨਿਕਲੀ ਕਿਉਂ ਨਹੀਂ। ਸੋ ਬਹੁਤ ਕੁਝ ਹੁੰਦਾ ਹੈ, ਤੇ ਉਹਦੇ ਉੱਤੇ ਸਾਨੂੰ, ਮੈਂ ਤਾਂ ਇਹੀ ਕਹਾਂਗਾ ਵੀ ਕਿਸਾਨੀ ਨੂੰ ਇਹ ਕਹਿ ਦੇਣਾ ਚਾਹੀਦਾ, ਇਹ ਜਿਹੜੇ ਜਥੇਬੰਦੀਆਂ ਨੇ ਵੀ ਸਾਡਾ ਕੋਈ ਤਾਲੁਕ ਨਹੀਂ। ਬਿਲਕੁਲ, ਕਿਸਾਨ ਜਥੇਬੰਦੀਆਂ ਕਹਿ ਰਹੀਆਂ, ਨੌਜਵਾਨ ਜਿਹੜੇ ਨੇ ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਆਪਾਂ ਜੇ ਇਸ ਜਿਹੜੀ ਡਿਬੇਟ ਆ ਉਹਦੇ ਦੌਰਾਨ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ। ਇੱਕ ਸੁਨੇਹਾ ਹੀ ਆ ਕਿ ਜਦੋਂ ਕੋਈ ਉੱਥੇ ਕੋਈ ਹੁੱਲੜਬਾਜ਼ੀ ਕਰਦਾ, ਸਗੋਂ ਉਹਨੂੰ ਸਮਝਾਓ, ਇਹ ਨਹੀਂ ਕਿ ਤੁਸੀਂ ਉਹਦੇ ਨਾਲ ਲੱਗੋ, ਕਿਉਂਕਿ ਅੰਦੋਲਨ ਬੇਹੱਦ ਸ਼ਾਂਤਮਈ ਹੈ। ਸਰਕਾਰ ਵੀ ਕਹਿੰਦੀ ਕਿ ਸ਼ਾਂਤਮਈ ਹੈ, ਕਿਸਾਨ ਆਗੂਆਂ ਨੇ ਸ਼ਾਂਤਮਈ ਇੱਕ ਜ਼ਾਬਤੇ ਦੇ ਵਿੱਚ ਰਹਿ ਕੇ, ਜਿਵੇਂ ਅਸੀਂ ਵਾਰ-ਵਾਰ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ, ਉਹਨਾਂ ਦੇ ਸ਼ਬਦ ਨੇ ਕਿ ਜ਼ਾਬਤੇ ਦੇ ਵਿੱਚ ਰਹਿ ਕੇ ਇਹਨੂੰ ਅੱਗੇ ਵਧਾਇਆ ਜਾ ਸਕਦਾ, ਕਿਉਂਕਿ ਅੱਗੇ ਬਹੁਤ ਕੁਝ ਕਰਨ ਵਾਲਾ ਹੈ। ਇਹ ਨਹੀਂ ਕਿ ਅੱਜ ਹੀ ਸਾਰਾ ਕੁਝ ਮੁੱਕ ਗਿਆ। ਡਾਕਟਰ ਸਾਹਿਬ, ਹੁਣ ਆਪਾਂ ਉਸ ਤੇ ਆਈਏ, ਜਿਹੜਾ ਸਰਕਾਰ ਨੇ ਇੱਕ ਪ੍ਰਸਤਾਵ ਦਿੱਤਾ, ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਸਰਕਾਰ ਦੇ ਪ੍ਰਸਤਾਵ ਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਸਰਕਾਰ ਮਨਾਉਣਾ ਚਾਹੁੰਦੀ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਆ ਜਾਓ। ਤੇ ਦੂਜੀ ਗੱਲ, ਕਿਸਾਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਣਾ ਪ੍ਰਸਤਾਵ ਦੇ ਦਿਓ। ਕਿਸਾਨਾਂ ਨੇ ਦਿੱਤਾ ਤਾਂ ਨਹੀਂ, ਪਰ ਕਿਹੋ ਜਿਹਾ ਪ੍ਰਸਤਾਵ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਦੇਖੋ, ਇਹ ਜਿਹੜਾ ਨਾ ਤੋਮਰ ਸਾਹਿਬ ਨੇ ਜੋ ਕੁਝ ਵੀ ਪਿਛਲੇ 4 ਦਿਨਾਂ ਦੇ ਘਟਨਾਕ੍ਰਮ ਨੂੰ ਜੇ ਅਸੀਂ ਦੇਖੀਏ, ਤਾਂ ਉਹ ਸਾਰਾ ਜਿਹੜਾ ਘਟਨਾਕ੍ਰਮ ਹੈ ਇਹ ਬਹਾਨੇਬਾਜ਼ੀ ਹੈ ਤੋਮਰ ਸਾਹਿਬ ਦੀ ਵੀ, ਇਹ ਸਰਕਾਰ ਦੀ ਵੀ। ਇਹ ਕਿਸਾਨਾਂ ਨੂੰ ਦੋਸ਼ ਦੇਣ ਦਾ ਤੌਰ ਤਰੀਕਾ, ਜਿਵੇਂ ਪਹਿਲਾਂ ਤੋਮਰ ਸਾਹਿਬ ਨੇ ਕਿਹਾ ਸੀ ਸਾਨੂੰ ਤਾਂ ਇਹਨਾਂ ਨੇ ਦੱਸੇ ਕੁਝ ਨਹੀਂ, ਇਹ ਤਾਂ ਸਾਡਾ ਜਵਾਬ ਨਹੀਂ ਦੇ ਰਹੇ। ਕਿਸਾਨ ਤਾਂ ਉਸ ਦਿਨ ਸਪਸ਼ਟ ਕਹਿਆ ਵੀ ਸਾਨੂੰ ਤਾਂ 3 ਬਿੱਲ ਵਾਪਸ ਲਓ ਤੇ MSP ਦੀ ਅਸ਼ੋਰਡ ਪਰਚੇਜ਼। ਇਹ ਅੱਜ ਦਾ ਨਹੀਂ, ਇਹ ਪਹਿਲੇ ਦਿਨ ਤੋਂ ਹੈ। ਉਹ ਬਿੱਲਾਂ 'ਚ ਬਦਲਾ ਨਾ ਬਦਲਾ, ਬਿੱਲਾਂ ਨੂੰ ਪੋਸਟਪੋਨ ਕਰਨਾ ਨਾ ਕਰਨਾ, ਉਹਦੀ ਤਾਂ ਗੱਲ ਹੀ ਨਹੀਂ ਕਰ ਰਹੇ। ਉਹ ਤਾਂ ਕਹਿ ਹੀ ਨਹੀਂ ਰਹੇ। ਉਹ ਕਹਿੰਦੇ ਤੁਹਾਨੂੰ ਅਧਿਕਾਰ ਨਹੀਂ ਹੈ। ਕਿਸਾਨਾਂ ਦਾ ਜਿਹੜਾ ਮੇਨ ਮੁੱਦਾ ਇਹ ਹੈ ਕਿ ਤੁਹਾਨੂੰ ਬਿੱਲ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ। ਤੁਸੀਂ ਗੈਰ ਕਾਨੂੰਨੀ, ਗੈਰ ਸੰਵਿਧਾਨਕ ਬਣਾਏ ਨੇ, ਇਹਨਾਂ ਨੂੰ ਵਾਪਸ ਲਓ, ਰਿਪੀਲ ਕਰੋ। ਹੁਣ ਜਦ ਕਿਸ ਕੇਂਦਰ ਇਹ ਵਾਰ-ਵਾਰ ਉਦੋਂ ਤੋਮਰ ਸਾਹਿਬ ਨੇ ਗੁੱਸੇ 'ਚ ਆ ਕੇ ਕਹਿਤਾ ਵੀ ਚੰਗਾ, ਫਿਰ ਦੇਖ ਲਓ 2 ਘੰਟੇ ਉਹਨਾਂ ਨੂੰ ਵੇਟ ਕਰਾਇਆ, ਉਹ ਤਾਂ ਵੀ ਸ਼ਾਂਤ ਰਹੇ। ਮੈਂ ਉਹ ਹਮਲੇ ਨਾਲ ਵੀ ਜੋੜਦਾ, ਕਿਸਾਨ ਉੱਥੇ 2 ਘੰਟੇ ਸ਼ਾਂਤ ਰਹਿ ਸਕਦੇ ਨੇ, ਇੱਥੇ ਕਿਉਂ ਨਹੀਂ ਰਹਿਣਗੇ? ਸੋ ਮੈਂ ਤਾਂ ਯੂਥ ਨੂੰ ਵੀ ਅਪੀਲ ਕਰਦਾ ਵੀ ਸ਼ਾਂਤ ਰਹੋ ਭਾਈ। ਜੇ ਕੋਈ ਸ਼ਰਾਰਤੀ ਯੂਥ ਆ ਉਹਨੂੰ ਦੇਖੋ, ਔਰ ਯੂਥ ਸਿਆਣੀ ਵੀ ਹੈਗੀ ਆ ਉੱਥੇ, ਐ ਨਹੀਂ ਵੀ ਸਾਰੀ ਯੂਥ ਹੁੱਲੜਬਾਜ਼ ਆ ਉੱਥੇ, ਜ਼ਿਆਦਾ ਸਿਆਣੀ ਹੈ, ਥੋੜੇ ਘਣੇ ਹੁੱਲੜਬਾਜ਼ ਹੁੰਦੇ ਨੇ ਵਿੱਚ।
ਤੇ ਉਹਦੇ ਵਿੱਚ ਇਹ ਹੈ ਕਿ ਹੁਣ ਤੋਮਰ ਸਾਹਿਬ ਉਹਦੇ ਤਾਂ ਗੁੱਸੇ 'ਚ ਹੋ ਗਏ, ਕਿਸਾਨ ਸਿਆਣੇ ਸੀ, ਕਿਸਾਨ ਇਸ਼ਾਰਿਆਂ ਨਾਲ ਸਮਝਾਇਆ ਇਹ ਵੀ ਚੰਗਾ ਫਿਰ ਜੇ ਤੁਸੀਂ ਕਰਨਾ ਕਰ ਲਓ, ਅਸੀਂ ਕਰਨਾ ਜੋ ਅਸੀਂ ਕਰਾਂਗੇ। ਜਦ ਫਿਰ ਇਹਨਾਂ ਨੂੰ ਆਏ ਸੀ ਉਦੋਂ ਤੱਕ ਉਦੋਂ 3 ਗੱਲਾਂ ਇਹਨਾਂ ਨੇ ਇਕੱਠੀਆਂ ਰੱਖੀਆਂ ਹੋਈਆਂ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ ਜ਼ਰੂਰ, ਵੀ ਇੱਕ ਤਾਂ ਇਹਨਾਂ ਨੇ ਆਪਦੀ ਮੀਟਿੰਗ ਰੱਖ ਲਈ, ਉੱਥੇ ਬਿਠਾਈ ਰੱਖਿਆ ਕਿਸਾਨਾਂ ਨੂੰ, ਦੂਜੇ ਇਹਨਾਂ ਨੇ ਉਹ ਕਮੇਟੀ ਨੇ ਕਿਹਾ ਸੀ ਅਸੀਂ ਮਿਲਾਂਗੇ, ਤੀਜਾ ਸੁਪਰੀਮ ਕੋਰਟ 'ਚ ਵੀ ਕੇਸ ਸੀਗਾ। ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਪੁਲਿਸ ਡੀਸੀਪੀ ਦੀ ਅਰਜੀ ਤੇ ਵੀ ਤੁਸੀਂ ਆਪਦਾ ਆਪੇ ਫਸੀ ਨਿਬੇੜੋ, ਇਹ ਤੁਹਾਡਾ ਕੰਮ ਹੈ, ਲਾ ਐਂਡ ਆਰਡਰ, ਸਾਡਾ ਕੋਈ ਕੰਮ ਨਹੀਂ, ਅਸੀਂ ਨਹੀਂ ਦਖਲਅੰਦਾਜ਼ੀ ਕਰਦੇ। ਚੰਗਾ ਕਰਿਆ ਸੁਪਰੀਮ ਕੋਰਟ ਨੇ। ਜਦ ਸੁਪਰੀਮ ਕੋਰਟ ਨੇ ਆਪਦੇ ਮੋਢੇ ਤੇ ਰੱਖ ਕੇ ਬੰਦੂਕ ਚਲਵਾਉਣੋਂ ਨਾ ਕਰਤੀ, ਫਿਰ ਹੁਣ ਉਦੋਂ ਤੱਕ ਤੋਮਰ ਸਾਹਿਬ ਤਾਂ ਕਹਿ ਚੁੱਕੇ ਸੀ ਵੀ ਚੰਗਾ ਫਿਰ ਜੋ ਮਰਜੀ, ਬਾਅਦ ਚ ਇਹਨੂੰ ਲੱਗੇ ਵੀ ਤਾਂ ਕੰਮ ਖਰਬਰ ਹੋ ਗਿਆ। ਫਿਰ ਜਦ ਹੁਣ ਪੁਲਿਸ, ਜੇ ਪੁਲਿਸ ਰੋਕਦੀ, ਮੈਨੂੰ ਪਰਸੋਂ ਕੋਈ ਪੁੱਛ ਰਿਹਾ ਸੀ, ਮੈਂ ਕਿਹਾ ਹੁਣ ਅੱਜ ਇੰਡੀਅਨ ਸਟੇਟ ਇਹ ਨਹੀਂ ਹਿੰਮਤ ਕਰ ਸਕਦੀ ਵੀ ਅੱਜ ਟੈਂਕਾਂ ਤੋਪਾਂ ਨਾਲ ਹਮਲਾ ਕਰਦੇ, ਹੁਣ ਉਹ ਟਾਈਮ ਲੰਘ ਗਿਆ। ਤੇ ਹੁਣ ਉਸ ਗੱਲ ਦੇ ਉੱਤੇ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਉਹ ਅਰਨ ਸ਼ੌਰੀ ਨੇ ਉਹ ਕਹਿ ਰਹੇ ਨੇ, ਜਿਹੜੇ ਪੁਰਾਣੇ ਦੁੱਲਟ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਹੁਣ ਨਹੀਂ ਸਿੱਖ ਮਾਰ ਖਾਣਗੇ ਜਾਂ ਹੁਣ ਪੰਜਾਬੀ ਨਹੀਂ ਮਾਰ ਖਾਣਗੇ, ਹੁਣ ਉਹ ਲੰਘ ਗਿਆ ਸਮਾਂ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਅਸੀਂ ਕੀ ਕਰ ਰਹੇ ਹਾਂ, ਗਣਤੰਤਰ ਪਰੇਡ ਕਰ ਰਹੇ ਹਾਂ ਨਾ। ਗਣਤੰਤਰ ਦੀ ਸੁਖਵਿੰਦਰ ਜੀ, ਜਦ ਅਸੀਂ ਰਿਪਬਲਿਕ ਸਾਡਾ ਸ਼ਬਦ ਨਹੀਂ ਹੈ, ਰਿਪਬਲਿਕ ਜਿਹੜਾ ਸ਼ਬਦ ਹੈ ਰੋਮ ਚੋਂ ਆਇਆ ਹੋਇਆ, ਰੋਮ ਯੂਨਾਨੀ ਸਭਿਅਤਾ, ਉਸ ਦੇ ਵੇਲੇ ਰਿਪਬਲਿਕ ਦਾ ਮਤਲਬ ਹੈ ਲੋਕਾਂ ਦੀ ਸ਼ਕਤੀ, ਲੋਕ ਸ਼ਕਤੀ। ਇਹ ਜਿਹੜਾ ਦੇਸ਼ ਹੈ ਇੰਡੀਅਨ ਰਿਪਬਲਿਕ ਇਜ਼ ਦੀ ਓਨਰਸ਼ਿਪ ਆਫ ਦੀ ਇੰਡੀਅਨ ਪੀਪਲ, ਇਹ ਭਾਰਤੀ ਲੋਕਾਂ ਦਾ, ਭਾਰਤੀ ਨਾਗਰਿਕਾਂ ਦੀ ਓਨਰਸ਼ਿਪ ਹੈ, ਇਹਦੀ ਮਾਲਕੀ। ਜਿਹੜੀ ਸਰਕਾਰ ਹੈ ਉਹ ਤਾਂ ਸਿਰਫ ਪ੍ਰਬੰਧਕ ਹੈ। ਅੱਜ ਪ੍ਰਬੰਧਕ ਕਹਿੰਦੇ ਵੀ ਜਨਪੱਥ ਦੇ ਉੱਤੇ ਨਹੀਂ ਚੱਲ ਸਕਦੇ ਤੁਸੀਂ, ਰਾਜ ਪੱਥ ਤੇ ਨਹੀਂ ਚੱਲ ਸਕਦੇ, ਗਣਤੰਤਰ ਸਾਡਾ ਹੈ। ਅੱਜ ਗਣਤੰਤਰ ਦੇ ਉੱਤੇ ਕਬਜ਼ਾ ਪ੍ਰਬੰਧਕ ਨੇ ਕਰ ਲਿਆ। ਪ੍ਰਬੰਧਕ ਮਾਲਕ ਨੂੰ ਕਹਿੰਦਾ ਵੀ ਤੂੰ ਤਾਂ ਤੁਰ ਵੀ ਨਹੀਂ ਸਕਦਾ ਸੜਕ ਤੇ, ਤੂੰ ਤਾਂ ਬਾਹਰ ਨਹੀਂ ਫਿਰਨੀ, ਆਊਟਰ ਰਿੰਗ ਰੋਡ ਕੀ ਆ, ਬਾਹਰ ਦੀ ਫਿਰਨੀ ਹੈ ਨਾ, ਤੂੰ ਤਾਂ ਬਾਹਰ ਦੀ ਫਿਰਨੀ ਤੇ ਵੀ ਨਹੀਂ ਜਾ ਸਕਦਾ। ਇਸ ਤੋਂ ਵੱਡੀ ਕਹਿਰ ਕਾਫੀ ਹੋਏਗੀ। ਪਹਿਲਾਂ ਤੁਸੀਂ ਕਾਨੂੰਨ ਧੱਕੇ ਨਾਲ ਬਣਾਤੇ ਜਿਹੜੇ ਤੁਹਾਨੂੰ ਅਖਤਿਆਰ ਹੈ ਨਹੀਂ, ਤੁਸੀਂ ਰਾਜ ਸੱਤਾ ਨੂੰ ਮਿਸਯੂਜ਼ ਕਰਕੇ, ਦੁਰਉਪਯੋਗ ਕਰਕੇ ਬਣਾਤੇ। ਫਿਰ ਤੁਸੀਂ ਰਾਜ ਸੱਤਾ ਨੂੰ ਦੁਰਉਪਯੋਗ ਕਰਕੇ, ਰਾਜਤੰਤਰ ਨੂੰ ਦੁਰਉਪਯੋਗ ਕਰਕੇ ਜਿਹੜਾ ਗਾਣਾ ਹੈ, ਲੱਖਾਂ ਦੀ ਤਾਦਾਦ 'ਚ ਲੋਕ ਨੇ ਉਹ ਉੱਥੇ ਆਪਣੀਆਂ ਝਾਕੀਆਂ ਦਿਖਾਉਣਾ ਚਾਹੁੰਦੇ ਨੇ, ਦੇਸ਼ ਦੀ ਭਗਤੀ ਦੀਆਂ, ਦੇਸ਼ ਭਗਤੀ ਦੀਆਂ, ਆਜ਼ਾਦੀ ਦੀਆਂ, ਆਪਦਾ ਪੁਰਅਮਨ ਅੰਦੋਲਨ ਕਰਨਾ ਚਾਹੁੰਦੇ ਨੇ। ਤੇ ਉਹ ਦੇਸ਼ ਦੇ ਅੰਨਦਾਤਾ ਨੂੰ ਤੁਸੀਂ ਕਹਿੰਦੇ ਤੂੰ ਸੜਕਾਂ ਤੇ ਤੂੰ ਬਾਹਰਲੀ ਫਿਰਨੀ ਤੇ ਵੀ ਨਹੀਂ ਚੱਲ ਸਕਦਾ, ਇਸ ਤੋਂ ਜਾਤੀ ਕਿਆ ਹੋਏਗੀ। ਸੋ ਇਸ ਕਰਕੇ, ਪਰ ਜਦ ਉਹਨਾਂ ਨੇ ਇਹ ਦੇਖਿਆ ਤੇ ਪੁਲਿਸ ਨੂੰ ਵੀ ਸਮਝ ਆ ਗਈ ਵੀ ਹੁਣ ਇਹਦੇ ਤੇ ਕਰਾਂਗੇ ਕੀ, ਪੁਲਿਸ ਨੇ ਉਹਨਾਂ ਨੂੰ ਰਸਤੇ ਦੇਤੇ। ਇੱਕ ਅੱਜ ਦੀ ਨਹੀਂ ਤਾਂ ਕੱਲ੍ਹ ਦੀ ਗੱਲ ਸੀ, ਜਦ ਪੁਲਿਸ ਨੇ ਵੀ ਉਦੋਂ ਸੁਪਰੀਮ ਕੋਰਟ ਨੇ ਕਹਿਤਾ, ਉਦੋਂ ਪੁਲਿਸ ਨੇ ਫਿਰ ਤੋਮਰ ਸਾਹਿਬ ਨੇ ਫੋਨ ਕਰਤਾ ਵੀ ਦੱਸੋ ਤੁਸੀਂ ਕਾਹਦੇ ਇਹਦੇ ਤੇ ਵਿਚਾਰ ਕਰਕੇ ਦੱਸੋ। ਵਿਚਾਰ ਤਾਂ ਉਹਨਾਂ ਨੇ ਉਦੋਂ ਹੀ ਦੱਸਤਾ, ਨਵਾਂ ਵਿਚਾਰ ਕੀ ਦੱਸਣਾ। ਉਹਨਾਂ ਨੇ ਆਪਦੀ ਪ੍ਰਪੋਜ਼ਲ, ਇਹ ਕਹਿੰਦੇ ਨੇ ਆਪਦੀ ਪ੍ਰਪੋਜ਼ਲ ਦਿਓ। ਮੈਂ ਉਹ ਚਿੱਠੀ ਆ ਪੜ੍ਹੀ ਹੈ, ਸ਼ਾਇਦ ਤੁਸੀਂ ਵੀ ਜ਼ਰੂਰ ਦੇਖੀ ਹੋਊਗੀ, ਜਿਹੜੀ ਇਹਨਾਂ ਨੇ ਲਿਖੀ ਸੀ 24 ਤਰੀਕ ਨੂੰ, ਕਿ ਭਾਈ ਆਹ ਏਜੰਡਾ ਹੈ ਸਾਡਾ। ਏਜੰਡਾ ਕੀ ਹੈ ਵੀ ਜੇ ਤਾਂ ਤੁਸੀਂ ਸਾਡੀ ਪ੍ਰਪੋਜ਼ਲ ਉਹ ਆਲਰੇਡੀ ਦਿੱਤੀ ਹੋਈ ਹੈ ਕਿ ਜੇ ਬਿੱਲ ਕਰਨੇ ਨੇ ਇਹ ਤਿੰਨੇ ਵਾਪਸ, ਖੇਤੀ ਦੀ ਜਿਹੜੀ ਪਰਚੇਜ਼ ਹੈ ਖੇਤੀ ਵਸਤਾਂ ਦੀ, MSP ਇਨਸ਼ੋਰ ਕਰਕੇ ਉਹ ਤੇ ਯਕੀਨੀ ਖਰੀਦ ਬਣਾਉਣੀ ਹੈ। ਇਹਦੇ ਬਾਰੇ ਤੌਰ ਤਰੀਕੇ ਲੱਭਣ ਵਾਸਤੇ ਤਾਂ ਹੋ ਸਕਦਾ ਪ੍ਰਸਤਾਵ ਆਲਰੇਡੀ ਦਿੱਤਾ ਹੋਇਆ ਵੀ ਇਹਨਾਂ ਤਿੰਨਾਂ ਬਿੱਲਾਂ ਨੂੰ ਖਤਮ ਕਰਨ ਦਾ ਤੌਰ ਤਰੀਕਾ ਕੀ ਹੋਵੇ। ਇਹ ਜਿਹੜੀ MSP ਤੇ ਅਸ਼ੋਰਡ ਪਰਚੇਜ਼ ਦਾ ਉਹਦਾ ਤੌਰ ਤਰੀਕਾ ਕੀ ਹੋਵੇ, ਕਿਹੜੀ ਫਸਲ ਕਿੱਥੇ ਹੈ, ਕਿਹੜੀ ਫਸਲ ਕਿੱਥੇ ਹੈ, ਕਿੰਨੀ ਫਸਲ ਖਰੀਦੀ ਜਾਣੀ ਹੈ, ਉਹਦੇ ਪੈਸੇ ਕਿੱਥੋਂ ਆਉਣਗੇ, ਉਹਦਾ ਲਾਭ ਕਿਹਨੂੰ ਹੋਊਗਾ। ਇਹ ਗੱਲਾਂ ਤਾਂ ਹੋ ਸਕਦੀਆਂ ਨੇ। ਇਹ ਗੱਲਾਂ ਪਹਿਲਾਂ ਇਨ ਪ੍ਰਿੰਸੀਪਲ, ਜਿਹਨੂੰ ਆਪਾਂ ਕਹਿੰਦਾ ਅਸੂਲਨ ਤੌਰ ਤੇ ਮੰਨੋ ਵੀ ਹਾਂ ਠੀਕ ਹੈ, ਬਿੱਲ ਅਸੀਂ ਨਿਰਸਤ ਇਹਨੂੰ ਖਤਮ ਕਰਾਂਗੇ ਤੇ ਆਹ ਅਸੀਂ ਜ਼ਰੂਰ, ਉਹ ਤਾਂ ਉਹ ਗਲਤੀ ਨਹੀਂ ਆ ਰਹੇ। ਕਹਿੰਦੇ ਪ੍ਰਸਤਾਵ ਹੋਰ ਕੀ ਦੇਣਾ, ਉਹਨਾਂ ਦਾ ਲਿਖ ਕੇ ਦੇਤਾ ਪ੍ਰਸਤਾਵ, ਜਵਾਨੀ ਛੱਡੋ, ਲਿਖ ਕੇ ਦੇਤਾ। ਔਰ ਅੱਜ ਤੋਂ 1 ਮਹੀਨਾ 2 ਦਿਨ ਆ 24 ਤਰੀਕ ਹੀ ਆ, 1 ਮਹੀਨਾ ਪਹਿਲਾਂ, ਪੂਰਾ 1 ਮਹੀਨਾ ਪਹਿਲਾਂ ਪ੍ਰਸਤਾਵ ਦੇਤਾ ਲਿਖ ਕੇ। ਹੋਰ ਲਿਖ ਕੇ ਕੀ, ਹੋਰ ਕੀ ਦੇਣਾ ਉਹਨਾਂ ਨੇ। ਸੋ ਤੋਮਰ ਸਾਹਿਬ ਲੋਕਾਂ ਦੇ ਵਿੱਚ ਪਾਣੀ ਚ ਮਧਾਣੀ ਪਾ ਰਹੇ ਨੇ, ਇਹ ਚੋਂ ਮੱਖਣ ਨਹੀਂ ਨਿਕਲਣਾ। ਝੱਗੇ ਬੇਸ਼ੱਕ ਬਣੀ ਜਾਵੇ, ਉਹ ਵੀ ਬੜਾ ਜ਼ੋਰ ਲਾਉਣਾ ਪੈਣਾ ਝੱਗ ਬਣਾਉਣ ਵਾਸਤੇ ਵੀ। ਸੋ ਤੋਮਰ ਸਾਹਿਬ ਗਲਤ ਪਾਸੇ ਜਾ ਰਹੇ ਨੇ। ਤੋਮਰ ਸਾਹਿਬ 'ਚ ਐਰੋਗੈਂਸ ਵੀ ਆਉਣੀ ਸ਼ੁਰੂ ਹੋ ਗਈ। ਅੱਗੇ ਕਦੇ ਉਹਨਾਂ ਨੇ ਏਦਾਂ ਐਰੋਗੈਂਟਲੀ ਬਿਹੇਵ ਨਹੀਂ ਕਰਿਆ। ਐਤਕੀ ਜਿਹੜਾ ਉਹਨਾਂ ਨੇ ਜਥੇਬੰਦੀਆਂ ਨਾਲ, ਮੈਂ ਟ੍ਰੇਡ ਯੂਨੀਅਨ ਲੀਡਰ ਰਿਹਾ, ਸਾਡੀ ਪਤਾ ਨਹੀਂ ਕਿੰਨੇ ਵਾਰੀ ਗੱਲ ਟੁੱਟਦੀ ਸੀ ਸਰਕਾਰ ਨਾਲ, ਵੱਡੇ ਵੱਡੇ ਅਧਿਕਾਰੀ ਵਿੱਚ ਬੈਠੇ ਹੁੰਦੇ ਸੀ। ਮੈਂ ਅੱਜ ਤੱਕ ਕਿਸੇ ਪੋਲੀਟੀਸ਼ੀਅਨ ਨੂੰ, ਸਿਵਾਏ BJP ਦੇ ਪੋਲੀਟੀਸ਼ੀਅਨਾਂ ਦੇ, ਐਦਾਂ ਹਮਲਾਵਰ ਰੁੱਖ ਨਾਲ, ਟ੍ਰੇਡ ਯੂਨੀਅਨ ਨਾਲ ਜਾਂ ਜਿਹੜੀ ਦੂਜੀ ਧਿਰ ਹੁੰਦੀ ਹੈ ਉਹਦੇ ਨਾਲ ਗੱਲ ਕਰਦੇ ਨਹੀਂ ਦੇਖਿਆ। ਗੱਲ ਟੁੱਟਦੀ ਹੈ ਪਰ ਉਹ ਫਿਰ ਵੀ ਕਹਿੰਦੇ ਨੇ ਵੀ ਚਲੋ ਦੇਖੋ ਅਸੀਂ ਤਾਂ ਤੁਹਾਨੂੰ ਇਹ ਦਿੱਤਾ ਸੀ, ਹੁਣ ਤੁਹਾਨੂੰ ਨਹੀਂ ਮਨਜ਼ੂਰ, ਫਿਰ ਤੁਸੀਂ ਆਪਣਾ ਕਰੋਗੇ ਭਾਈ, ਅਸੀਂ ਆਪਣਾ ਕਰਾਂਗੇ। ਉਹ ਆਕੜ 'ਚ ਨਹੀਂ ਆਉਂਦੇ।
ਇਹ ਸਿਰਫ ਬੀਜੇਪੀ ਹੈ ਜਿਹੜੀ ਆਕੜ ਚਾਹੁੰਦੀ ਹੈ। ਇੱਕ ਤਾਜ਼ਾ ਇੰਟਰਵਿਊ ਹੁਣੇ ਮੈਂ ਥੋੜੀ ਦੇਰ ਪਹਿਲਾਂ ਸੁਣ ਰਿਹਾ ਸੀ, ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਕਿਸਾਨ ਜਿਹੜੇ ਨੇ ਉਹ ਜ਼ਿੱਦ ਤੇ ਅੜੇ ਹੋਏ ਨੇ, ਜ਼ਿੱਦ ਨਹੀਂ ਕਰਨੀ ਚਾਹੀਦੀ ਲਗਾਤਾਰ। ਸਰਕਾਰ ਵੀ ਹੁਣ ਜਿਵੇਂ ਚਰਚਾ ਹੀ ਹੈ ਕਿ ਸਰਕਾਰ ਵੀ ਜ਼ਿੱਦ ਤੇ ਅੜੀ ਹੋਈ ਹੈ, ਸਰਕਾਰ ਨੂੰ ਵੀ ਮੰਨ ਜਾਣਾ ਚਾਹੀਦਾ ਹੈ। ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਟਰੈਕਟਰ ਪਰੇਡ ਹੈ ਉਹਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਦੇ ਵਿਚਾਲੇ ਜਿਹੜੀ ਸਹਿਮਤੀ ਬਣੀ ਹੈ, ਆਊਟਰ ਰਿੰਗ ਰੂਟ ਤਾਂ ਦਿੱਤਾ ਨਹੀਂ, ਹੋਰ ਰੂਟ ਦਿੱਤੇ ਗਏ ਨੇ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਇਸ ਦਾ ਪ੍ਰਭਾਵ ਜਿਹੜਾ ਆ ਉਹ ਅਗਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਪਏਗਾ? ਕਿਉਂਕਿ ਅੱਗੇ ਜਿਹੜਾ ਬਜਟ ਸੈਸ਼ਨ ਵੀ ਆ ਰਿਹਾ, ਉਹ ਵੀ ਇੱਕ ਵੱਡਾ ਜਿਹੜਾ ਦਿਨ ਹੋਣਗੇ ਇਹੋ ਜਿਹੇ ਜਦੋਂ ਕਿਸਾਨ ਆਪਣਾ ਵਿਰੋਧ ਜਤਾ ਸਕਦੇ ਨੇ। ਕਿਉਂਕਿ ਗੱਲ ਤਾਂ ਇਹੀ ਹੈ ਕਿ ਅੰਦੋਲਨ ਜਿਹੜਾ ਇੱਕ ਅੱਧੇ ਦਿਨ ਦੀ ਖੇਡ ਨਹੀਂ, ਹੋਰ ਵੀ ਅੱਗੇ ਜਾਣਾ। ਤੇ ਅਗਲੇ ਤੁਸੀਂ ਕਿੱਦਾਂ ਦੇਖਦੇ ਹੋ ਅਗਲੀਆਂ ਸੰਭਾਵਨਾਵਾਂ? ਦੇਖੋ ਗੱਲ ਇਹ ਹੈ ਸੁਖਿੰਦਰ ਜੀ, ਪਹਿਲੀ ਗੱਲ ਤਾਂ ਜਿਹੜੀ ਮੈਂ ਜ਼ਰੂਰ ਥੋੜੀ ਜਿਹੀ ਇਸ ਤੋਂ ਲਾਂਭੇ ਜਾ ਕੇ ਕਰਾਂਗਾ, ਜਿਹੜਾ ਤੋਮਰ ਸਾਹਿਬ ਨੇ ਇਹ ਕਿਹਾ ਹੈ ਵੀ ਦੇਖੋ ਤੁਸੀਂ ਆਪਣਾ ਪ੍ਰਸਤਾਵ ਤੇ ਹੋਰ ਸਾਰੀ ਗੱਲ ਕਰਦੇ ਨੇ, ਉਹ ਗਲਤ ਗੱਲ ਕਹਿ ਰਹੇ ਨੇ। ਉਹਨਾਂ ਨੇ ਕੋਈ ਕਿਸਾਨਾਂ ਨੇ ਨਾ ਪ੍ਰਸਤਾਵ ਦੇਣਾ ਨਾ ਪ੍ਰਸਤਾਵ ਦੇਣ ਦਾ ਕੋਈ ਮਤਲਬ ਹੈ। ਪ੍ਰਸਤਾਵ ਆਲਰੇਡੀ ਦਿੱਤਾ ਹੋਇਆ, ਬਾਰ-ਬਾਰ ਇਹ ਕਹਿ ਕੇ ਕਿ ਜੀ ਤੁਸੀਂ ਜਾਣ ਕੇ ਨਹੀਂ ਦਿੰਦੇ, ਤੁਸੀਂ ਸਾਨੂੰ ਦੱਸਦੇ ਨਹੀਂ, ਤੁਸੀਂ ਫਲਾਣਾ ਨਹੀਂ ਕਰਦੇ, ਇਹ ਬੱਦੂ ਕਰਨਾ ਚਾਹੁੰਦੇ ਨੇ। ਹੁਣ ਆ ਗਿਆ ਇਹਦੀ ਪਰੇਡ ਦੀ ਗੱਲ। ਪਰੇਡ ਦੀ ਗੱਲ, ਪਰੇਡ ਕਰਨਾ ਅਧਿਕਾਰ ਹੈ, ਚਲੋ ਪੁਲਿਸ ਨਾਲ ਜੋ ਵੀ ਹੁੰਦਾ ਉਹ ਤਾਂ ਕਿਸਾਨ ਜਥੇਬੰਦੀਆਂ ਜਾਣਦੀਆਂ ਨੇ। ਪਰ ਜਿੰਨੇ ਟਰੈਕਟਰ, ਲੱਖਾਂ ਦੀ ਗਿਣਤੀ 'ਚ ਟਰੈਕਟਰ ਉੱਥੇ ਜਾ ਰਹੇ ਨੇ। ਅੱਜ ਤੁਸੀਂ ਦੇਖ ਲਓ ਟੋਲ ਪਲਾਜ਼ਾ ਉੱਥੋਂ ਦਾ ਜਮ੍ਹਾਂ ਭਰਿਆ ਪਿਆ ਸੀ। ਕਰਨਾਲ ਵਾਲਾ GT ਰੋਡ ਦੇ ਉੱਤੇ 6-6, 8-8, 10-10 ਘੰਟੇ ਲੱਗ ਰਹੇ ਨੇ ਲੋਕਾਂ ਨੂੰ ਰਾਜਪੁਰੇ ਤੋਂ ਲੈ ਕੇ ਉੱਥੇ ਦਿੱਲੀ ਪਹੁੰਚਣ ਤੱਕ, ਕਿਉਂਕਿ ਟਰੈਕਟਰ ਹੀ ਇੰਨਾ ਜਾ ਰਿਹਾ ਹੈ। ਤੇ ਉਹਦੇ ਉੱਤੇ ਕਿਸਾਨੀ ਦੇ ਝੰਡੇ, ਉਹਦੇ ਉੱਤੇ ਤਿਰੰਗੇ ਝੰਡੇ, ਉਹਦੇ ਉੱਤੇ ਝਾਕੀਆਂ, ਉਹ ਬੜੀ ਵੱਡੀ ਗੱਲ ਹੈ। ਸੋ ਇਹ ਇੱਕ ਬਹੁਤ ਵੱਡਾ ਜਨਤਕ ਦਬਾਅ ਹੈ ਤੇ ਸ਼ਾਂਤਮਈ ਰਹਿਣਾ ਜ਼ਰੂਰੀ ਹੈ। ਜਿਹੜਾ ਅੱਜ ਪੁਲਿਸ ਨੇ ਇੱਕ ਕਿਹਾ ਵੀ ਜੀ ਸਾਨੂੰ ਸ਼ੰਕਾ ਹੈ ਇੱਥੇ ਆਹ ਹੋ ਜੂ, ਫਲਾਣਾ ਹੋ ਜੂ, ਇਹ ਮੋਡਿਊਲ ਇਹਨਾਂ ਦੇ, ਅੱਜ ਤੱਕ ਇੱਕ ਵੀ ਕੋਈ ਪਾਕਿਸਤਾਨੀ ਮੋਡਿਊਲ ਤਾਂ ਫੜਿਆ ਨਹੀਂ ਗਿਆ। ਅੱਜ ਤੱਕ ਜਿੰਨੇ ਫੜੇ ਗਏ ਨੇ ਗੱਡੀਆਂ ਹੋਰ, ਉਹ ਸਾਰੇ ਇਹਨਾਂ ਨੂੰ ਇਹ ਮੰਨਣਾ ਪਿਆ ਕਿ ਬੰਦੇ ਸਾਡੇ ਸੀ, ਅਸੀਂ ਭੇਜੇ ਹੋਏ ਸੀ, ਫਲਾਣੇ ਠੇਕੇਦਾਰ ਅਸੀਂ ਭੇਜੇ ਸੀ, ਐਂ ਭੇਜੇ ਸੀ। ਇਹਨਾਂ ਨੇ ਅੱਜ ਤੱਕ ਉਹਨਾਂ 'ਚ ਐਕਸ਼ਨ ਕਿਉਂ ਨਹੀਂ ਲਿਆ? ਇੱਕ ਬੰਦਾ ਜਦ ਫੜਿਆ ਜਾਂਦਾ ਹੈ, ਜਿਹੜਾ ਕਹਿੰਦਾ ਮੈਂ ਆਹ 4 ਲੀਡਰਾਂ ਨੂੰ ਮਾਰਨ ਵਾਸਤੇ ਸਾਨੂੰ 10 ਬੰਦਿਆਂ ਨੂੰ ਸਪਾਰੀ ਮਿਲੀ ਜਾਂ ਜੋ ਵੀ ਕਹਿ ਲਓ ਵੀ ਸਾਨੂੰ ਭੇਜਿਆ ਗਿਆ ਸੀ, ਤੇ ਉਹ ਬਾਅਦ 'ਚ ਮੁੱਕਰਦਾ ਹੈ, ਤੇ ਇਹਨਾਂ ਨੇ ਉਹਨੂੰ ਇਨਵੈਸਟੀਗੇਟ ਨਹੀਂ ਕਰਨਾ ਸੀ, ਇੰਟਰੋਗੇਟ ਨਹੀਂ ਕਰਨਾ ਸੀ ਵੀ ਤੂੰ ਉੱਥੇ ਕਿਵੇਂ ਕਿਹਾ ਸੀ? ਘੰਟੇ 'ਚ ਉਹਦਾ ਬਿਆਨ ਦਵਾਤਾ ਵੀ ਨਹੀਂ ਜੀ ਮੈਂ ਤਾਂ ਦਬਾ ਥੱਲੇ ਦਿੱਤਾ। ਉਹ ਜਦ ਕਹਿੰਦਾ ਮੈਂ ਆਇਆ, ਉਦੋਂ ਉਹਦੀ ਮਾਂ ਕਹਿੰਦੀ ਉਹ ਘਰੇ ਸੀਗਾ। ਉਹ ਕਹਿੰਦਾ ਮੈਂ 19 ਤਰੀਕ ਨੂੰ ਉਰੇ ਆ ਗਿਆ, ਮਾਮੇ ਦੇ ਉਸ ਦੇ ਉੱਤੇ ਗਿਆ। ਉਹ ਕਹਿੰਦੀ ਮਾਮਾ ਤਾਂ ਮਰ ਗਿਆ, ਸਾਡਾ ਤਾਂ ਉਹਨਾਂ ਨਾਲ ਮਿਲਵਰਤ ਨਹੀਂ ਕੋਈ ਨਹੀਂ ਹੈਗਾ ਹੈ। ਉਹ ਕਹਿੰਦੀ ਗਿਆ 20 ਤਰੀਕ ਨੂੰ ਆਇਆ, ਕਹਿੰਦਾ ਮੈਂ 19 ਨੂੰ ਗਿਆ। ਮਤਲਬ ਇਹ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਕਿੱਥੇ ਮਿਲੀ ਭੁਗਤਾ ਪੁਲਿਸ ਦੀ। ਔਰ ਪੁਲਿਸ ਹਮਲਾ ਕਰਾਉਣ ਦੀ ਇਹ ਤੌਰ ਤਰੀਕਾ ਹੁੰਦਾ। ਅਜਿਹੇ ਕਹਿਣਗੇ ਸਾਨੂੰ ਸੂਚਨਾ ਹੈ ਜੀ ਵੀ ਤੁਹਾਡੇ ਤੇ ਹਮਲਾ ਨਾ ਹੋ ਜਾਏ, ਕਰਨਾ ਆਪ ਹੀ ਹੁੰਦਾ। ਇਹ ਤੌਰ ਤਰੀਕੇ ਪੁਲਿਸ ਵਰਤਦੀ ਹੈ। ਪੁਲਿਸ ਦੀ ਮੈਨੂੰ ਪੂਰਾ ਇਹ ਮੈਂ ਕਹਿ ਸਕਦਾ ਵੀ ਜੇ ਪੁਲਿਸ ਨੇ ਹੁਣ ਆ ਜਿਹੜਾ ਅਰਨਬ ਗੋਸਵਾਮੀ ਵਾਲਾ ਨਿਕਲਿਆ, ਇਹ ਤਾਂ ਸਾਹਮਣੇ ਨਿਕਲਿਆ ਹੈ ਨਾ ਵੀ ਪੁਲਵਾਮਾ ਦੇ ਉੱਤੇ ਵੀ ਆਪਾਂ ਨੂੰ ਹੁਣ ਜਿੱਤ ਹੋ ਜਾਣੀ ਹੈ। ਇਹ ਤਾਂ ਬੰਦੇ ਮਾਰ ਕੇ ਖੁਸ਼ੀ ਹੁੰਦੇ ਨੇ। ਜੇ ਇਹ ਜਿਹੜੇ ਸਾਡੇ ਸਰਹੱਦ ਤੇ ਖੜੇ ਜਵਾਨ ਮਰ ਜਾਂਦੇ ਨੇ, ਉਹਨਾਂ 'ਚ ਵੋਟਾਂ ਗਿਣਦੇ ਨੇ ਤੇ ਮੁਸਲਮਾਨਾਂ ਨੂੰ ਮਾਰ ਕੇ ਵੋਟਾਂ ਗਿਣਦੇ ਨੇ, ਬਾਬਰੀ ਮਸਜਿਦ ਨੂੰ ਢਾਹ ਕੇ ਵੋਟਾਂ ਗਿਣਦੇ ਨੇ, ਤੇ ਫਿਰ ਹੁਣ ਕਿਸਾਨੀ ਅੰਦੋਲਨ 'ਚ ਕਿਉਂ ਨਹੀਂ ਵੋਟਾਂ ਗਿਣਨਗੇ ਬਈ? ਸੋ ਇਹ ਤਾਂ ਵੋਟਾਂ ਗਿਣਨ ਦੀ ਰਾਜਨੀਤੀ ਤੇ ਚੱਲੇ ਹੋਏ ਨੇ। ਇਹਨਾਂ ਨੂੰ ਨਾ ਕੋਈ ਦੇਸ਼ ਨਾਲ, ਇਹ ਕਹਿੰਦੇ ਨੇ ਸਾਨੂੰ ਦੇਸ਼ ਨਾਲ ਪਿਆਰ ਹੈ। ਸੋ ਅੱਜ ਜਿਹੜਾ ਅੰਦੋਲਨ ਹੈ ਇਹ ਪੂਰਨ ਅਮਨ ਹੈ, ਇਹ ਰਹਿਣਾ ਚਾਹੀਦਾ ਹੈ। ਮੈਂ ਯੂਥ ਨੂੰ ਵੀ ਕਹਾਂਗਾ, ਮੈਂ ਇਹ ਬੇਨਤੀ ਕਰਾਂਗਾ ਇਹਨਾਂ ਦੇ ਜਿਹੜੇ ਚੌਕਸੀ ਵਾਲੇ ਵੀ ਨੇ ਵੀ ਉਹ ਧਿਆਨ ਰੱਖਣੇ ਐਡੇ ਵੱਡੇ ਜਲੂਸ ਨੂੰ ਇੰਨਾ 'ਚ ਰੱਖਣਾ। ਪਰ ਜੇ ਇੱਥੋਂ ਦੀਆਂ ਜਿਹੜੀਆਂ ਏਜੰਸੀਆਂ ਨੇ ਸੁਹਿਰਦ ਨੇ, ਜਿਹੜੀਆਂ ਇਹਨਾਂ ਨੂੰ ਸੁਹਿਰਦ ਹੋਣਾ ਚਾਹੀਦਾ ਹੈ, ਕਿਉਂਕਿ ਜੇ ਇਹ ਸੋਚਣਗੇ ਨਾ ਵੀ ਇਸ ਅੰਦੋਲਨ 'ਚ ਵਾਇਲੈਂਸ ਕਰਕੇ, ਅੰਦੋਲਨ ਨੂੰ ਤਾਂ ਬੇਸ਼ੱਕ ਖਦੇੜ ਦੇਣ ਵਾਇਲੈਂਸ ਕਰਕੇ, ਮੈਂ ਇਹ ਵੀ ਮੰਨ ਸਕਦਾ ਇੱਕ ਲੈਵਲ ਤੱਕ। ਅੰਦੋਲਨ ਦੇ ਉੱਤੇ ਲਾਠੀ ਚਾਰਜ ਵੀ ਕਰ ਦੇਣ, ਗੋਲੀਆਂ ਵੀ ਚਲਾ ਦੇਣ, ਬੰਦੇ ਵੀ ਮਾਰ ਦੇਣ, ਪਰ ਦੇਸ਼ ਦਾ ਕੁੰਡਾ ਹੋ ਜੂ, ਦੇਸ਼ ਦਾ ਪੱਠਾ ਬਹਿ ਜੂ, ਦੇਸ਼ ਮਾਰਿਆ ਜਾਊ। ਪਹਿਲਾਂ ਹੀ 84 ਦੇ ਵਿੱਚ ਜੋ ਹੋਇਆ ਸੀ, ਅੱਜ ਤੱਕ ਜ਼ਖਮ ਹੱਲੇ ਨੇ। ਇਹ ਜਿੰਨਾ ਮਰਜ਼ੀ ਕਹੀ ਜਾਣ। ਜੇ ਹੁਣ ਕਦੇ ਪੰਜਾਬੀ ਨਹੀਂ ਹੈਗੇ, ਹੁਣ ਕਦੇ ਨਾ ਕਦੇ ਸਿੱਖ ਨੇ, ਨਾ ਕਦੇ ਪੰਜਾਬੀ ਨੇ, ਨਾ ਕਦੇ ਹਰਿਆਣਵੀ ਨੇ। ਅੱਜ ਦੇਸ਼ ਦੇ ਪਹਿਲੀ ਗੱਲ ਤਾਂ ਉੱਤਰੀ ਭਾਰਤ ਸਾਰੀ ਨਾਲ ਹੈ, ਪੰਜਾਬ, ਹਰਿਆਣਾ, ਯੂਪੀ, ਹਾਂਜੀ, ਉੱਤਰਾਖੰਡ, ਰਾਜਸਥਾਨ, ਇਹ ਤਾਂ ਨਾਲ ਆਈ ਗਏ। ਬਿਹਾਰ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ, ਮਹਾਰਾਸ਼ਟਰ ਦਾ ਕਿੰਨੇ ਹਜ਼ਾਰਾਂ ਕਿਸਾਨ ਇੱਥੇ ਆ ਗਿਆ, ਮੱਧ ਪ੍ਰਦੇਸ਼ ਦਾ ਆ ਗਿਆ, ਗੁਜਰਾਤ ਦੇ ਆਏ ਹੋਏ ਨੇ। ਸੋ ਇਹਨਾਂ ਨੂੰ ਇਸ ਅੱਗ ਨਾਲ ਨਹੀਂ ਖੇਡਣਾ ਚਾਹੀਦਾ। ਪਰ ਜਿਹੜੇ ਇਹ ਹਿੰਟ ਦੇ ਰਹੇ ਨੇ, ਮੈਨੂੰ ਪੱਕਾ, ਕਿਉਂਕਿ ਜੇ ਪੁਲਿਸ ਰੋਕਣਾ ਚਾਹੇ, ਇਹ ਚੌਕਸੀ ਰੱਖਣਾ ਚਾਹੇ, ਤਾਂ ਪੁਲਿਸ ਨੂੰ ਉੱਥੇ ਕੋਰੀਡੋਰ ਬਣਾਉਣੇ ਚਾਹੀਦੇ ਨੇ। ਪੁਲਿਸ ਵੀ ਟਰੈਕਟਰਾਂ ਦੇ ਇਹਨਾਂ ਦੇ ਆਲੇ ਦੁਆਲੇ ਕੋਈ ਦੂਜਾ ਬੰਦਾ ਫੜ ਕੇ ਨਾ, ਪੁਲਿਸ ਕਿਉਂ ਨਹੀਂ ਕਰ ਸਕਦੀ? ਉਹਨਾਂ ਨੇ ਤਾਂ ਅੱਜ ਐਲਾਨ ਕਰਤਾ, ਅੱਜ ਜਿਹੜਾ ਡੱਲੇਵਾਲ ਸਾਹਿਬ ਨੇ ਐਲਾਨ ਕਰਿਆ ਵੀ ਹਰੇਕ ਟਰੈਕਟਰ ਦਾ ਅਸੀਂ ਨੰਬਰ ਲਾਵਾਂਗੇ,
ਹਰੇਕ ਬੰਦੇ ਕੋਲੇ ਆਪਣਾ ਕਾਰਡ ਹੋਣਾ ਚਾਹੀਦਾ, ਆਧਾਰ ਕਾਰਡ ਹੋਣਾ ਚਾਹੀਦਾ, ਆਇਡੈਂਟੀਟੀ ਹੋਣੀ ਚਾਹੀਦੀ ਹੈ। 3 ਬੰਦੇ ਜੇ ਅਸੀਂ ਤੁਹਾਨੂੰ ਕਿਹਾ ਟਰੈਕਟਰ 'ਤੇ ਬੈਠਣ ਤੋਂ, ਜੇ ਚੌਥਾ ਬੈਠੇ ਉਹਨੂੰ ਦੇਖੋ ਵੀ ਕੌਣ ਹੈ, ਕਿਉਂ ਆਇਆ। ਹਰੇਕ ਯੂਥ ਨੂੰ ਉਹਨਾਂ ਨੇ ਇਹ ਕਿਹਾ ਵੀ ਹਰੇਕ ਟਰੈਕਟਰ ਸਮਝੇ ਕਿ ਮੈਂ ਵਲੰਟੀਅਰ ਹਾਂ ਫੌਜ 'ਚ, ਇਸ ਫੋਰਸ ਦੇ ਵਿੱਚ। ਜਦ ਇੱਥੇ ਤੱਕ ਦਾ ਇਦੋਂ ਵਧੀਆ ਪ੍ਰਬੰਧ ਕੋਈ ਹੋ ਸਕਦਾ, ਇਦੋਂ ਵਧੀਆ ਸਿਆਣਪ ਵਾਲੀ ਗੱਲ ਹੋ ਸਕਦੀ ਹੈ। ਸੋ ਉਹਨਾਂ ਨੇ ਤਾਂ ਬੜੇ ਸਪਸ਼ਟ ਤਰੀਕੇ ਨਾਲ ਇਹਨੂੰ ਸ਼ਾਂਤਮਈ ਰੱਖਣ ਵਾਸਤੇ, ਇਹਨੂੰ ਪੁਰਅਮਨ ਰੱਖਣ ਵਾਸਤੇ ਤੇ ਉਹਦੇ ਤੇ ਆਪਦੀਆਂ ਝਾਕੀਆਂ ਦਿਖਾਉਣੀਆਂ। ਇਹ ਵੀ ਤਾਂ ਇੱਥੇ ਝਾਕੀ ਦਿਖਾਈ ਰਹੇ ਨੇ ਨਾ ਗੁਰੂ ਤੇਗ ਬਹਾਦਰ ਦੀ ਜਿਹੜੀ ਪਰੇਡ ਹੋਣੀ ਹੈ। ਜੇ ਇਹ ਝਾਕੀ ਸੋਸ਼ਲ ਮੀਡੀਆ ਤੇ ਹੋਣੀ ਪਾ ਰੱਖੀ ਹੈ ਵੀ ਆਹ ਪੰਜਾਬ ਦੀ ਝਾਕੀ ਹੋਏਗੀ, ਕੀ ਪੰਜਾਬੀਆਂ ਨੂੰ ਆਪਦੀ ਝਾਕੀ ਦਿਖਾਉਣ ਦਾ ਹੱਕ ਨਹੀਂ? ਕੀ ਹਰਿਆਣਵੀਆਂ ਨੂੰ ਆਪਦੀ ਝਾਕੀ ਦਿਖਾਉਣ ਦਾ ਹੱਕ ਨਹੀਂ? ਕੀ ਉੱਤਰ ਯੂਪੀ ਵਾਲਿਆਂ ਨੂੰ ਹੱਕ ਨਹੀਂ? ਉੱਤਰਾਖੰਡ ਨੂੰ ਉਹ ਵੀ ਦਿਖਾ ਸਕੇ, ਕਿਸਾਨ ਅੰਦੋਲਨ ਵੀ ਦਿਖਾ ਸਕਦੇ ਨੇ। ਕਿਉਂ ਨਹੀਂ ਦਿਖਾਈ ਜਾ ਸਕਦੀ ਝਾਕੀ? ਵਿਕਾਸ ਹੈ, ਕਿਵੇਂ ਕਿਸਾਨ ਕੰਮ ਕਰਦਾ ਹੈ, ਕਿਵੇਂ ਕਿਸਾਨ ਅੰਨ ਪੈਦਾ ਕਰਕੇ ਦੇ ਰਿਹਾ ਹੈ, ਕਿਵੇਂ ਕਿਸਾਨ ਦੁਖੀ ਹੋ ਰਿਹਾ ਹੈ। ਮੈਂ ਤਾਂ ਕਹਾਂਗਾ ਈਵਨ ਜੇ ਕਿਸਾਨਾਂ ਦੇ ਸੁਈਸਾਈਡ ਦੀ ਵੀ ਝਾਕੀ ਵੀ ਕਿਵੇਂ ਉਹਨਾਂ ਦੇ ਪਰਿਵਾਰ ਦਾ ਹਾਲਤ ਹੁੰਦਾ ਹੈ ਉਹ ਵੀ ਦਿਖਾਈ ਜਾਂਦੀ ਹੈ। ਤਾਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿ ਆਹ ਦੇਖ ਲਓ ਸਾਡਾ ਆਹ ਹਾਲ ਕਰਦੇ ਨੇ, ਅੰਨ ਅਸੀਂ ਆਹ ਦਿੰਦੇ ਹਾਂ। ਜੇ ਝਾਕੀ ਵੀ ਦਿਖਾਈ ਜਾਂਦੀ ਹੈ ਕਿ 1966 ਕਿਵੇਂ ਦੇਸ਼ ਭੁੱਖਾ ਮਰਦਾ ਸੀ, ਹਾੜੇ ਕੱਢ ਕੇ ਬਾਹਰੋਂ ਅਨਾਜ ਮੰਗਵਾਉਂਦਾ ਸੀ, ਆਹ ਦੇਖ ਲਓ ਕਿਸਾਨ ਨੇ ਆਪਦਾ ਤਨ ਮਨ ਧਨ ਲਾ ਕੇ ਆਪਦੇ ਖੂਨ ਨਾਲ ਇਸ ਧਰਤੀ ਨੂੰ ਸਿੰਜ ਕੇ, ਆਪਦੀਆਂ ਪੀੜ੍ਹੀਆਂ ਨਾਲ ਇਸ ਨੂੰ ਸਿੰਜ ਕੇ ਆਹ ਦੇਸ਼ ਦਾ ਪੇਟ ਭਰਿਆ, ਆਹ ਹਰੇ ਭਰੇ ਖੇਤ ਕਰਤੇ ਨੇ ਤੇ ਆਹ ਜਿਹੜੇ ਟਿੱਬੇ ਸੀ ਟੋਏ ਸੀ ਢਾਹ ਕੇ ਉੱਥੇ ਫਸਲਾਂ ਲਹਿਰਨ ਲਾਤੀਆਂ ਨੇ, ਪਰ ਆਪ ਭੁੱਖਾ ਮਰ ਰਿਹਾ। ਕਿ ਆਪਾਂ ਕਹਿ ਲਈਏ ਕਿ ਤਰਾਸਦੀ ਵਾਲੀ ਗੱਲ ਹੈ ਕਿ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਡਾਕਟਰ ਸਾਹਿਬ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਅੱਗੇ ਵੀ ਤੁਹਾਡਾ ਸਮਾਂ ਲੈਂਦੇ ਰਵਾਂਗੇ। ਆਪਾਂ ਅਗਲੇ ਸੈਸ਼ਨ ਦੇ ਵਿੱਚ ਨਵੇਂ ਮੁੱਦੇ ਦੇ ਉੱਤੇ ਜੋ ਕੁਝ ਕਿਸਾਨੀ ਅੰਦੋਲਨ 'ਚ ਨਿਕਲ ਕੇ ਸਾਹਮਣੇ ਆਉਂਦਾ ਉਹਦੇ ਉੱਤੇ ਗੱਲਬਾਤ ਕਰਾਂਗੇ। ਉਮੀਦ ਕਰਦਾ ਕਿ ਦਰਸ਼ਕ ਜਿਹੜੇ ਨੇ ਭਾਵੇਂ ਉਹ ਕਿਸਾਨੀ ਅੰਦੋਲਨ ਨਾਲ ਜੁੜੇ ਨੇ ਜਾਂ ਨਹੀਂ ਜੁੜੇ, ਜਾਂ ਬਹੁਤੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਦੇਖਣਾ ਚਾਹੁੰਦੇ ਨੇ ਕਿ 26 ਜਨਵਰੀ ਨੂੰ ਕਿਹੋ ਜਿਹੀ ਟਰੈਕਟਰ ਪਰੇਡ ਹੋਏਗੀ, ਕਿਉਂਕਿ ਉਹ ਇੱਕ ਇਤਿਹਾਸਕ ਦਿਨ ਜਿਹੜਾ ਹੋਣ ਜਾ ਰਿਹਾ। ਹਰ ਸਾਲ 26 ਜਨਵਰੀ ਹੁੰਦੀ ਹੈ ਆਜ਼ਾਦੀ ਤੋਂ ਬਾਅਦ, ਪਰ ਇਸ ਵਾਰ ਜਿਹੜੀ ਹੈ ਉਹ ਇੱਕ ਵਿਲੱਖਣ ਹੋਏਗੀ। ਲੋਕ ਉਸ ਦੇ ਵੱਲ ਧਿਆਨ ਦੇ ਰਹੇ ਨੇ। ਦੂਜੀ ਗੱਲ ਇਹ ਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਨੌਜਵਾਨ ਹੋਣ ਜਾਂ ਜਿਹੜਾ ਵੀ ਉੱਥੇ ਹੋਵੇ, ਜਿਹੜੇ ਇਸ ਤਰ੍ਹਾਂ ਹੁੱਲੜਬਾਜ਼ੀ ਕਰਦੇ ਨੇ, ਉਹ ਇੱਕ ਦੂਜੇ ਨੂੰ ਸਮਝਾਉਣ ਤਾਂ ਇਸ ਦੇ ਨਾਲ ਜਿਹੜਾ ਉਹ ਜ਼ਾਬਤਾ ਬਣਿਆ ਰਹਿੰਦਾ। ਕਿਸਾਨ ਅੰਦੋਲਨ ਦੀ ਸਫਲਤਾ ਜਿਹੜੀ ਉਹ ਇਸੇ ਚੀਜ਼ ਦੇ ਵਿੱਚ ਹੈ ਕਿ ਇੱਕ ਸਬਰ ਬਣਾ ਕੇ ਕਿਸਾਨ ਆਗੂਆਂ ਦੇ ਕਹਿਣੇ ਦੇ ਵਿੱਚ ਰਹਿ ਕੇ ਇਸ ਅੰਦੋਲਨ ਨੂੰ ਅੱਗੇ ਵਧਾਇਆ ਜਾਵੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ। ਸ਼ੁਕਰੀਆ ਜੀ।